रिश्तेदार था। सौतेले पिता पर लगे सौतेली बेटी से जबरदस्ती करने की गंभीर आरोप। मामला जिला फतेहगढ़ साहिब के मंडी गोविंदगढ़ का है, जहां के सिविल अस्पताल में भर्ती नाबालिग पीड़िता ने बताया कि उसकी मां अपने दूसरे पति के साथ रहती थी और उसे भी अपने साथ ही ले आई थी। बीते दिनों उसकी मां और उसके सौतेले पिता का किसी बात को लेकर झगड़ा हुआ, जिसके बाद उसकी मां घर छोड़कर कहीं चली गई। उसके जाने के बाद उसका सौतेला पिता उसे तंग परेशान करने लगा और गंदी हरकतें करने लगा। उसने इसका विरोध किया। इसके बाद उसका सौतेला पिता उसे स्थानीय इकबाल नगर इलाके के पीछे पड़े खेतों में ले गया, जहां उसने उसके साथ जबरदस्ती किया है। इसके बाद उसे एक मेडिकल स्टोर पर ले गया, जहां से उसने भागकर अपनी दीदी को फोन किया और पूरे घटनाक्रम के बारे में बताया। उन्होंने आकर पुलिस को 112 पर घटना संबंधी सूचना दी। इसके बाद पुलिस ने आकर लड़की को सिविल अस्पताल में भर्ती किया। वहीं इस संबंध में एसपी डी राकेश यादव ने बताया कि मामले में पीड़िता के बयान के आधार पर दर्ज कर लिया है मामला और कथित आरोपियों को पुलिस ने गिरफ्तार कर लिया है। बाकी मेडिकल रिपोर्ट आने के बाद जो भी कार्रवाई होनी होगी वो की जाएगी। उन्होंने आगे कहा कि जो सोशल मीडिया पर गैंगरेप की अफवाह फैलाई जा रही है, ऐसा कुछ भी नहीं है। मामला काफी नाजुक है, जिसे देखते हुए किसी को भी ऐसी अफवाह नहीं फैलानी चाहिए। उन्होंने चेतावनी दी है कि अगर तो उसके खिलाफ भी कार्रवाई की जाएगी। कल मेरे मम्मा ने सैकेंड मैरिज करवाई हुई ਸੀਗੀ ਤੇ ਮੇਰੇ ਪਾਪਾ ਨਾਲ ਹਜੇ ਡਿਵੋਰਸ ਨਹੀਂ ਹੋਇਆ ਉਹਨਾਂ ਦਾ ਤੇ ਮੈਂ ਸਕੂਲ ਵਿੱਚ ਗਈ ਸੀ। ਮੇਰਾ ਰਿਜ਼ਲਟ ਆਇਆ ਸੀਗਾ। ਉਸ ਤੋਂ ਬਾਅਦ ਮੇਰੀ ਮੰਮਾ ਉੱਥੇ ਆਏ, ਨਾਮ ਕਟਵਾ ਕੇ ਮੈਨੂੰ ਲੈ ਗਏ ਤੇ ਮੈਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ। ਮੈਨੂੰ ਕਹਿੰਦੇ ਵੀ ਤੇਰਾ ਐਡਮਿਸ਼ਨ ਕਰਵਾ ਦੂੰਗੀ, ਮੈਂ ਤੈਨੂੰ ਆਪਣੇ ਕੋਲ ਰੱਖੂੰਗੀ, ਵੀ ਮੈਂ ਤੈਨੂੰ ਪੜ੍ਹਾਉਂਗੀ। ਤੇ ਉਸ ਤੋਂ ਬਾਅਦ ਮੈਂ ਉਹਨਾਂ ਕੋਲ 1 ਮੰਥ ਰਹੀ। ਮੈਂ ਉਹਨਾਂ ਨੂੰ ਕਹਿੰਦੀ ਵੀ ਹੁੰਦੀ ਸੀ ਵੀ ਮੇਰਾ ਦਿਲ ਨਹੀਂ ਲੱਗਦਾ ਗਾ, ਮੈਂ ਘਰੇ ਜਾਣਾ ਵਾਪਸ। ਤੇ ਕਈ ਵਾਰ ਮੈਂ ਆਪਣੇ ਭਾਈਆਂ ਨੂੰ ਵੀ ਫੋਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਕਈ ਵਾਰ ਲੈਣ ਵੀ ਆਏ ਨੇ ਮੈਨੂੰ ਤੇ ਮੇਰੀ ਮੰਮੀ ਭੇਜਦੀ ਨਹੀਂ ਸੀ ਹੁੰਦੀ, ਕਹਿੰਦੀ ਸੀ ਮੇਰਾ ਦਿਲ ਨਹੀਂ ਲੱਗਣਾ, ਤੂੰ ਜਾ ਨਾ। ਤੇ ਕੱਲ ਸ਼ਾਮ 5 ਵਜੇ ਦੀ ਗੱਲ ਆ। ਮੇਰੇ ਪਾਪਾ ਮਤਲਬ ਮੰਮਾ ਜੀ ਤੇ ਉਹਨੇ ਪਾਸਟ ਨੂੰ ਲੈ ਕੇ ਥੋੜੀ ਲੜਾਈ ਹੋ ਰਹੀ ਸੀਗੀ ਤੇ ਉਹਨਾਂ ਦੀ ਪਾਸਟ ਦੀ ਗੱਲ ਕੋਈ ਐਸੀ ਸੀ, ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ। ਮੈਂ ਸੁੱਤੀ ਪਈ ਸੀਗੀ ਅੰਦਰ ਰੂਮ ਦੇ ਵਿੱਚ ਤੇ ਉਹ ਦਾ ਲੈ ਕੇ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ, ਕਹਿੰਦਾ ਮੈਂ ਦੱਸਦਾ। ਉਹ ਵੱਢਣ ਲੱਗੇ ਸੀ ਉਹਨੂੰ, ਭੱਜ ਗਏ ਸੀ ਉਹ ਉੱਥੋਂ ਤੇ ਮੈਂ ਅੰਦਰ ਇਕੱਲੀ ਰਹਿ ਗਈ। ਉਸ ਤੋਂ ਬਾਅਦ ਉਹ ਘਰੇ ਆ ਕੇ ਮੈਨੂੰ ਕਹਿੰਦੇ ਚੱਲ ਰੂਮ ਦੇ ਵਿੱਚ। ਮੈਂ ਕਮਰੇ ਦੇ ਵਿੱਚ ਗਈ, ਜਦੋਂ ਮੈਂ ਬੈਠੀ ਉੱਥੇ ਕਹਿੰਦੇ ਲੱਤਾਂ ਸਿੱਧੀਆਂ ਕਰ ਲਾ ਤੇ ਮੈਨੂੰ ਕਹਿੰਦਾ, ਮੈਂ ਕਿਹਾ ਕਿਉਂ, ਮੇਰੀ ਕੀ ਗਲਤੀ ਆ? ਕਹਿੰਦਾ ਤੂੰ ਲੱਤਾਂ ਸਿੱਧੀਆਂ ਕਰ, ਕਹਿੰਦਾ ਬਸ ਤੇਰੀ ਮਾਂ ਭੱਜ ਗਈ, ਤੈਨੂੰ ਪਤਾ ਕਿੱਥੇ? ਮੈਂ ਕਿਹਾ ਮੈਨੂੰ ਨਹੀਂ ਪਤਾ ਹੈਗਾ। ਕਹਿੰਦਾ ਮੈਂ ਤੇਰੀ ਲੱਤਾਂ ਵੱਢੂੰਗਾ, ਕਹਿੰਦਾ ਤੇਰੀ ਮਾਂ ਆਪੇ ਆਊਗੀ। ਤੇ ਮੈਂ ਉਹ ਤੋਂ ਮਿੰਨਤਾਂ ਕੀਤੀਆਂ। ਮੈਂ ਕਿਹਾ ਮੈਂ ਤੈਨੂੰ ਮੰਮੀ ਲੱਭ ਕੇ ਲਿਆਉਂਦੀ, ਪਰ ਮੇਰੀ ਕੋਈ ਗਲਤੀ ਨਹੀਂ ਹੈਗੀ। ਕਹਿੰਦਾ ਕੋਈ ਨਾ, ਤੇਰੀ ਗਲਤੀ ਨਹੀਂ ਹੈਗੀ। ਕਹਿੰਦਾ ਚੱਲ ਤੇਰੇ ਜਿੱਥੇ ਤੇਰੀ ਮੰਮੀ ਉੱਥੇ ਚੱਲ। ਤੇ ਉਸ ਤੋਂ ਬਾਅਦ ਉਹ ਮੈਨੂੰ ਕੰਨੇ ਮੈਕੜੀ ਲੈ ਗਿਆ, ਜਿੱਥੇ ਰੋਡ ਚੱਲਦਾ ਏ ਉੱਥੇ ਮੈਕੜੀ ਦੇ ਬਾਹਰ ਖੜੇ ਸੀਗੇ ਅਸੀਂ ਤੇ ਰੋਡ ਚੱਲ ਰਿਹਾ ਸੀ। ਤਾਂ ਉਹਨੇ ਮੈਨੂੰ ਉੱਥੇ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਥੱਲੇ ਆ ਜਾਊਗੀ। ਤੇ ਫਿਰ ਮੈਂ ਕਿਹਾ ਮੇਰੀ ਕੀ ਗਲਤੀ ਹੈ? ਕਹਿੰਦਾ ਕੋਈ ਨਾ। ਫਿਰ ਮੇਰੇ ਘਰਦਿਆਂ ਦਾ ਫੋਨ ਆਇਆ, ਮੇਰੇ ਘਰਦਿਆਂ ਨੂੰ ਕਹਿੰਦਾ ਵੀ ਤੂੰ ਆਪਣੇ ਘਰਦਿਆਂ ਨੂੰ ਝੂਠ ਬੋਲ ਵੀ ਮੇਰੀ ਲੱਤ ਤੋੜਤੀ, ਮੈਂ ਸਰਕਾਰੀ ਹਸਪੀਟਲ 'ਚ ਹਾਂ। ਫਿਰ ਮੈਨੂੰ ਸਰਹੰਦ ਲੈ ਗਿਆ। ਉਹ ਸਰਹੰਦ 'ਤੇ ਜਾ ਕੇ ਉਹਨੇ ਮੇਰੇ ਗਰਦਨ 'ਚ ਦਾਅ ਰੱਖਿਆ, ਮੇਰੇ ਘਰਦਿਆਂ ਝੂਠ ਬੁਲਵਾਇਆ। ਮੈਨੂੰ ਕਹਿੰਦਾ ਤੇਰੀ ਗਰਦਨ ਲਾ ਦੂੰਗਾ, ਮੈਂ ਤੈਨੂੰ ਉਰੀ ਨਹਿਰ 'ਚ ਸਿੱਟ ਦੇਣਾ। ਤੇ ਫਿਰ ਮੈਂ ਕਿਹਾ ਮੇਰੀ ਗਲਤੀ ਦੱਸ ਦਿਓ, ਮੈਂ ਤੈਨੂੰ ਮੰਮੀ ਲੱਭ ਕੇ ਲਿਆਉਣੀ, ਮੈਂ ਤੈਨੂੰ ਕਹਿ ਤਾਂ ਦਿੱਤਾ। ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਆਏ, ਉਹ ਘਰੇ ਲੈ ਆਇਆ ਮੈਨੂੰ। ਘਰੇ ਲਿਆ ਕੇ ਉਹਨੇ ਆਪਣੇ ਬਾਪ ਨੂੰ ਕਿਹਾ ਵੀ ਪੱਟੀ ਲੱਭ। ਉਹਨੇ ਮੇਰੇ ਅੱਖਾਂ 'ਤੇ ਪੱਟੀ ਬੰਨੀ ਤੇ ਮੇਰੇ ਫਿਰ ਦਾਅ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਫਿਰ ਵੀ ਮੈਂ ਉਹਨੂੰ ਕਿਹਾ। ਫਿਰ ਕਹਿੰਦਾ ਚੱਲ ਕੋਈ ਨਾ ਛੱਡ, ਕਹਿੰਦਾ ਮੈਂ ਤੈਨੂੰ ਲੈ ਕੇ ਚੱਲ, ਕਹਿੰਦਾ ਜਿੱਥੇ ਤੂੰ ਕਹੇਂਗੀ ਉੱਥੇ ਲੈ ਕੇ ਜਾਊਂਗਾ, ਕਹਿੰਦਾ ਜਿੱਥੇ ਮੈਂ ਕਹੂੰਗਾ ਉੱਥੇ ਲੈ ਕੇ ਚੱਲ। ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੋਟਰਸਾਈਕਲ ਚਲਾ। ਮੈਂ ਮੋਟਰਸਾਈਕਲ ਚਲਾਉਣ ਲੱਗ ਗਈ ਤੇ ਉਹਨੇ ਮੇਰੀ ਗਰਦਨ 'ਤੇ ਦਾਅ ਰੱਖਿਆ। ਮੈਨੂੰ ਕਹਿੰਦਾ ਚੱਲ ਇਕਬਾਲ ਨਗਰ ਦੇ ਖੇਤਾਂ ਦੇ ਪਿਛਲੀ ਸਾਈਡ, ਉਹ ਮੈਨੂੰ ਉੱਥੇ ਲੈ ਗਿਆ। ਉੱਥੇ ਲੈ ਕੇ ਉੱਥੇ ਕੁਛ ਨਸ਼ੇੜੀ ਸਮਾਨ ਵੀ ਪੀ ਰਹੇ ਸੀਗੇ, 4 ਜਣੇ ਹੋਰ ਸੀ। ਉਹਨਾਂ ਨੂੰ ਵੀ ਬੁਲਾ ਲਿਆ, ਪਹਿਲਾਂ ਬੁਲਾਇਆ ਉਹਨਾਂ ਨੂੰ, ਫਿਰ ਆਪਣੇ ਆਪ ਹੀ ਭਜਾਤਾ। ਫਿਰ ਉਸ ਤੋਂ ਮੈਨੂੰ ਖੇਤਾਂ ਦੇ ਵਿੱਚ ਲੈ ਕੇ ਗਿਆ, ਕਾਫੀ ਡੂੰਘੀ ਜਗ੍ਹਾ ਦੇ ਵਿੱਚ। ਉੱਥੇ ਜਾ ਕੇ ਉਹਨੇ ਮੈਨੂੰ ਕਿਹਾ, ਕਹਿੰਦਾ ਦੱਸ, ਕਹਿੰਦਾ ਹੁਣ ਮੈਂ ਕੀ ਕਰਾਂ ਤੇਰਾ? ਮੈਂ ਕਿਹਾ ਮੇਰੀ ਕੋਈ ਗਲਤੀ ਨਹੀਂ, ਮੈਨੂੰ ਛੱਡ ਦਿਓ ਬਸ, ਮੈਂ ਤਾਂ ਇਹੀ ਕਹਿੰਦੀ। ਕਹਿੰਦਾ ਆਪਣੀ ਮਾਂ ਨੂੰ ਬੁਲਾ ਲਾ, ਮੈਂ ਤੈਨੂੰ ਛੱਡ ਦੂੰਗਾ। ਉਹਨੇ ਮੇਰੇ ਦਾਅ ਮਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਫਿਰ ਮੇਰੇ ਮਤਲਬ ਤੇ ਫਿਰ ਮੈਂ ਕਿਹਾ ਮੇਰੀ ਕੋਈ ਗਲਤੀ ਨਹੀਂ ਹੈ, ਤੁਸੀਂ ਕਿਉਂ ਐਵੇਂ ਕਰ ਰਹੇ ਹੋ? ਫਿਰ ਉਹਨੇ ਉਹਦੇ ਬਾਅਦ ਫਿਰ ਉਹ ਮੈਨੂੰ ਘਰੇ ਲੈ ਕੇ ਆਉਣ ਲੱਗੇ ਸੀਗੇ ਤੇ ਉਹ ਮੈਡੀਕਲ ਸ਼ਾਪ 'ਤੇ ਰੁਕਿਆ। ਮੈਂ ਜਦੋਂ ਮੈਡੀਕਲ ਸ਼ਾਪ 'ਤੇ ਸਮਾਨ ਲੈ ਰਿਹਾ ਸੀਗਾ, ਮੈਂ ਉੱਥੋਂ ਭੱਜ ਗਈ, ਉਹਦੇ ਫੋਨ ਸਿੱਟ ਕੇ। ਮੈਂ ਜਾ ਕੇ ਇੱਕ ਆਂਟੀ ਦੇ ਘਰੇ ਬੜੀ, ਇਕਬਾਲ ਨਗਰ ਬਾਬਾ ਬਾਲਕ ਨਾਥ ਦਾ ਮੰਦਿਰ ਆ, ਉਹ ਗਲੀ ਦੇ ਵਿੱਚ ਜਾ ਕੇ ਬੜੀ। ਜਦੋਂ ਮੈਂ
ਉਹ ਆਂਟੀ ਦੇ ਘਰੇ ਬੜੀ, ਫਿਰ ਮੇਰੇ ਘਰਦਿਆਂ ਦਾ ਫੋਨ ਆਇਆ, ਮੈਂ ਆਪਣੇ ਘਰਦਿਆਂ ਨੂੰ ਦੱਸਿਆ, ਉਹਨਾਂ ਨੇ ਮੇਰੀ ਹੈਲਪ ਕੀਤੀ, ਉਹਨਾਂ ਨੇ ਮੇਰੇ ਘਰਦਿਆਂ ਨਾਲ ਗੱਲ ਕੀਤੀ। ਤੇ ਫਿਰ ਜਦੋਂ ਮੇਰੇ ਘਰ ਦੇ ਆਏ, ਮੇਰੇ ਘਰ ਦੇ ਪੁਲਿਸ ਲੈ ਕੇ ਆਏ ਸੀਗੇ, ਤੇ ਉਹ ਮੈਨੂੰ ਪਹਿਲਾਂ ਥਾਣੇ ਲੈ ਕੇ ਗਏ, ਫਿਰ ਥਾਣੇ ਤੋਂ ਰਿਪੋਰਟ ਲਿਖਾ ਕੇ ਸਿੱਧਾ ਹਸਪੀਟਲ ਲੈ ਕੇ ਆਏ। ਕੌਣ ਬੰਦਾ ਸੀ ਜਿਹੜਾ ਲੈ ਕੇ ਆਇਆ ਸੀ ਉਹਨੂੰ? ਉਹਨਾਂ ਨਾਮ ਕਿੱਕੀ ਘੁੰਮਣ। ਕੀ ਲੱਗਦਾ ਜੀ ਉਹਨੂੰ, ਕਿਵੇਂ ਜਾਣਦਾ? ਮੇਰੀ ਮੰਮੀ ਨਾਲ ਦੂਜਾ ਹਸਬੈਂਡ ਸੀਗਾ ਉਹ, ਪਰ ਮੇਰਾ ਕੁਝ ਨਹੀਂ ਲੱਗਦਾ ਹੈਗਾ। ਅੱਛਾ। ਹਾਂਜੀ, ਸਟੈਪ ਫਾਦਰ ਹੋ ਗਏ। ਸਟੈਪ ਫਾਦਰ ਨੇ, ਐਵੇਂ ਰਿਲੇਸ਼ਨ ਦੇ ਵਿੱਚ ਰਹਿ ਰਹੇ ਸੀ। ਕਿੰਨੇ ਟੋਟਲ ਬੰਦੇ ਕਿੰਨੇ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਕੀਤਾ ਗਲਤ? ਇਕੱਲਾ ਹੀ ਸੀ ਉਹ। ਇਕੱਲਾ ਹੀ ਸੀਗਾ। ਹਾਂਜੀ। ਤੇ ਪਹਿਲਾਂ ਵੀ ਕਦੇ ਕੋਈ ਇਹੋ ਜਿਹੀ ਗੱਲਬਾਤ ਹੋਈ ਹੈ? ਨਹੀਂ, ਕਦੇ ਨਹੀਂ। ਪਤਾ ਨਹੀਂ ਮੈਨੂੰ ਕੀ ਹੋਇਆ ਸੀ, ਬਸ ਮੇਰੀ ਬੇਟੀ ਨੇ ਫੋਨ ਮਾਰਿਆ ਮੈਨੂੰ ਵੀ ਮਾਰ ਰਿਹਾ, ਕੂਕਾ ਮਾਰ ਰਹੀ ਸੀ। ਫਿਰ ਮੈਂ ਥਾਣੇ 'ਚ ਗਈ, ਉਹਨਾਂ ਨੂੰ ਕੂਕਾ ਸੁਣਾਈਆਂ। ਫਿਰ ਉਹ ਕਹਿੰਦੇ ਵੀ ਉੱਥੇ ਫੋਨ ਮਾਰ ਵੀ ਉਹਨਾਂ ਨੂੰ 112 ਵਾਲਿਆਂ ਨੂੰ। ਫਿਰ ਉਹ ਬਹੁਤ ਦੇਰ ਬਾਅਦ ਆਏ, 9 ਵਜੇ ਤੇ ਜਦੋਂ ਆਏ ਫਿਰ ਬੇਟੀ ਨੂੰ ਕੱਢ ਕੇ ਮੈਨੂੰ ਦਿੱਤਾ ਉਹਨਾਂ ਨੇ। ਫਿਰ ਅਸੀਂ ਉਰੇ ਹਸਪਤਾਲ ਸਾਨੂੰ ਦਾਖਲ ਕਰਾ ਕੇ ਗਏ ਨੇ 112। ਉਰੇ ਤਾਂ ਹੋ ਗਿਆ, ਉੱਥੇ ਕਰਾਉਣਾ। ਪੁਲਿਸ ਵਾਲੇ ਬਿਆਨ ਲਿਖ ਕੇ ਲੈ ਕੇ ਗਏ? ਸਾਰਾ ਕੁਝ ਲੈ ਗਏ। ਕੀ ਕਾਰਵਾਈ ਹੋਈ ਆ ਹੁਣ ਤੱਕ? ਹਜੇ ਤਾਂ ਪਰਚਾ ਕਹਿੰਦੇ ਨੇ ਕੱਟਤਾ, ਅਜੇ ਹਾਂ ਅਜੇ ਉੱਥੇ ਹੋਣੀ ਆ ਕੱਲ੍ਹ ਨੂੰ ਟੈਸਟ ਫਤਿਹਗੜ੍ਹ। ਕੋਈ ਇਨਫੋਰਮੇਸ਼ਨ ਆਈ ਹੈ ਵੀ ਹਾਂਜੀ ਪਰਚਾ ਹੋ ਗਿਆ ਜਾਂ ਨਹੀਂ? ਮੈਨੂੰ ਲੈ ਉੱਥੇ ਬੁਲਾਇਆ ਤੀ, ਕਹਿੰਦੇ ਪਰਚਾ ਕੱਟਤਾ। ਉਰੇ ਵੀ ਆਏ ਨੇ, ਬਿਆਨ ਲੈ ਗਏ ਤੇ ਕੁੜੀ ਦੇ। ਇਹ ਜੀ ਇੱਕ ਕੰਪਲੇਂਟ ਸਾਨੂੰ ਰਿਸੀਵ ਹੋਈ ਹੈ। ਉਹ ਕੰਪਲੇਂਟ ਦੇ ਆਧਾਰ ਤੇ ਜਿਹੜੀ ਪੀੜਿਤਾ ਹੈ ਉਹਦੇ ਕੰਪਲੇਂਟ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਹੈ ਔਰ ਜਿਹੜਾ ਵੀ ਇਸ ਤੇ ਆगे ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜੋ ਵੀ ਬਣਦੀ ਕਾਰਵਾਈ ਹੈ ਉਸ ਦੇ ਅਗੇਂਸਟ ਕੀਤੀ ਜਾਏਗੀ। ਮਾਮਲਾ ਜੀ ਕੁੜੀ ਨੇ ਜਿਹੜੀ ਪੀੜਿਤਾ ਹੈ ਉਹਨੇ ਜਿਹੜੇ ਸਟੇਟਮੈਂਟ ਦਿੱਤੇ, ਉਹਨੇ ਐਲੀਗੇਸ਼ਨਸ ਲਾਏ, ਉਹਨਾਂ ਐਲੀਗੇਸ਼ਨਸ ਦੇ ਅਸੀਂ ਪਰਚਾ ਕਰਕੇ ਉਹਨਾਂ ਐਲੀਗੇਸ਼ਨ ਦੀ ਜਾਂਚ ਕੀਤੀ ਜਾਏਗੀ ਔਰ ਬਣਦੀ ਕਾਰਵਾਈ ਕੀਤੀ ਜਾਏਗੀ। ਇਹਦੇ 'ਚ ਕੋਈ ਗੈਂਗ ਰੇਪ ਜਾਂ ਜਿਹੜੀ ਵੀ ਸੋਸ਼ਲ ਮੀਡੀਆ ਤੇ ਤੁਹਾਡੇ ਇਸ ਪਾਸੇ ਕੋਈ ਗੱਲ ਚੱਲ ਰਹੀ ਹੈ, ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਨਾ ਹੀ ਇਹੋ ਜਿਹਾ ਕੋਈ ਮੈਟਰ ਹੈਗਾ ਜੀ। ਬਿਲਕੁਲ ਜੀ, ਗ੍ਰਿਫਤਾਰੀ ਦੇ ਵਿੱਚ ਹੋਈ ਹੈ, ਜਿਹਨੇ ਦੇ ਅਗੇਂਸਟ ਕੀਤਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁੜੀ ਦਾ ਮੈਡੀਕਲ ਜਿਹੜਾ ਵੀ ਥੋਰੋ ਪ੍ਰੋਸੀਜਰ ਹੈ ਇਸ ਕੇਸ ਦੇ ਵਿੱਚ ਉਹਨੂੰ ਅਡੋਪਟ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਜਿਹੜਾ ਵੀ ਬਣਦਾ ਨਿਆਂ ਹੈ ਉਹ ਜ਼ਰੂਰ ਦਿੱਤਾ ਜਾਊਗਾ। ਔਰ ਜਿਹੜੀ ਵੀ ਕੋਈ ਅਫਵਾਹ ਹੈ ਜਾਂ ਕੋਈ ਕਿਸੇ ਪਾਸੇ ਜੇ ਸੋਸ਼ਲ ਮੀਡੀਆ ਤੇ ਕੋਈ ਸਰਕੂਲੇਟ ਕਰਦਾ ਹੈ, ਉਹ ਸਰਕੂਲੇਟ ਕਰਨਾ ਵੀ ਨਹੀਂ ਬਣਦਾ ਹੈ। ਸੋ ਕੋਈ ਗਲਤ ਅਫਵਾਹ ਨਾ ਫੈਲਾਏ ਔਰ ਅਫਵਾਹ ਫੈਲਾने ਵਾਲੇ ਦੇ ਅਗੇਂਸਟ ਵੀ ਅਸੀਂ ਜ਼ਰੂਰ ਐਕਸ਼ਨ ਲਵਾਂਗੇ। ਇਸ ਕਰਕੇ ਮੇਰੀ ਹਿਦਾਇਤ ਹੈ ਕਿ ਕੇਸ ਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਜਿਹੜੇ ਐਲੀਗੇਸ਼ਨ ਜੇ ਕਿਸੇ ਨੇ ਕੋਈ ਲਾਏ ਹੈ ਉਹਦੀ ਜਾਂਚ ਪੜਤਾਲ ਜਦੋਂ ਤੱਕ ਨਹੀਂ ਹੋ ਜਾਂਦੀ ਹੈ, ਕੋਈ ਦੂਜੇ ਪਾਸੇ ਕੋਈ ਗੱਲਾਂ ਨਹੀਂ ਕਰਨੀ ਚਾਹੀਦੀ ਹੈ। ਔਰ ਅਸੀਂ ਜ਼ਿੰਮੇਦਾਰ ਨਾਗਰਿਕ ਹੈ ਔਰ ਜੇ ਸੋਸ਼ਲ ਮੀਡੀਆ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੋਈ ਵੀ ਗੱਲ ਨੂੰ ਆਪਣੇ ਹਿਸਾਬ ਨਾਲ ਬਣਾ ਕਰਕੇ ਪੇਸ਼ ਕਰੋ, ਤਾਂ ਜਿਹੜੀ ਗੱਲ ਹੈ ਉਸ ਦੇ ਮੁਤਾਬਿਕ ਹੀ ਕਾਰਵਾਈ ਕਰਨੀ ਚਾਹੀਦੀ ਹੈ।